ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਆਪਾਂ ਇਤਿਹਾਸ ਦਾ ਪਾਠ ਨੰਬਰ 4 ਮੌਰੀਆ ਕਾਲ ਕਰ ਰਹੇ ਹਾਂ। ਇਸ ਦੇ ਵਿੱਚ ਆਪਾਂ ਇਸ ਦਾ ਜੋ ਕੀ ਹੈ ਵਿਸਥਾਰ, ਸਾਮਰਾਜ ਦੀ ਸਥਾਪਨਾ ਔਰ ਇਸ ਦਾ ਜੋ ਹੈ ਪ੍ਰਸ਼ਾਸਨਿਕ ਸੰਗਠਨ ਦੇ ਬਾਰੇ ਚਰਚਾ ਕਰ ਚੁੱਕੇ ਹਾਂ। ਅੱਜ ਆਪਾਂ ਇਸ ਦੇ ਵਿੱਚ ਬੇਟਾ ਜਿਹੜਾ ਇਸ ਦਾ ਜੋ ਹੈ ਅਰਥ ਵਿਵਸਥਾ ਬਾਰੇ ਜਿਹੜਾ ਚਰਚਾ ਕਰਾਂਗੇ। ਤਾਂ ਅਰਥ ਵਿਵਸਥਾ ਦੇ ਵਿੱਚ ਬੇਟੇ ਕੀ ਆ ਗਿਆ, ਜਿਸ ਦਾ ਸੰਬੰਧ ਬੇਟੇ ਆਪਣੇ ਜਿਹੜਾ ਕੀ ਹੈ ਰੁਪਈਏ ਪੈਸੇ ਨਾਲ ਹੁੰਦਾ ਹੈ ਕਿ ਉੱਥੇ ਦੇ ਲੋਕਾਂ ਦਾ ਜਿਹੜਾ ਜੀਵਨ ਰੁਜ਼ਗਾਰ ਕਿਵੇਂ ਚੱਲਦਾ ਸੀ। ਤਾਂ ਉਹਦੇ ਅਧੀਨ ਹੀ ਆਪਾਂ ਜਿਹੜਾ ਸਮਾਜਿਕ ਅਵਸਥਾ ਦੇ ਬਾਰੇ ਪਹਿਲਾਂ ਪੜ੍ਹਾਂਗੇ। ਤਾਂ ਸਮਾਜਿਕ ਅਵਸਥਾ ਦੇ ਵਿੱਚ ਜਾਤੀ ਪ੍ਰਥਾ ਜਿਹੜੀ ਆਪਾਂ ਉਹਦੇ ਬਾਰੇ ਬੇਟੇ ਪੜ੍ਹਦੇ ਹਾਂ। ਤਾਂ ਜਾਤੀ ਪ੍ਰਥਾ ਦੇ ਵਿੱਚ ਮੌਰੀਆ ਕਾਲ ਵਿੱਚ ਜਾਤੀ ਪ੍ਰਥਾ ਭਾਰਤੀ ਸਮਾਜ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਸੀ। ਅਰਥ ਸ਼ਾਸਤਰ ਵਿੱਚ 4 ਵਰਨਾਂ ਦਾ ਵਰਣਨ ਮਿਲਦਾ ਹੈ। ਇਸ ਤੋਂ ਇਲਾਵਾ ਹਰੇਕ ਵਰਨ ਦੇ ਕਰਤੱਵ ਦਾ ਵੀ ਵਰਣਨ ਕੀਤਾ ਗਿਆ ਹੈ। ਮਤਲਬ 4 ਵਰਨ ਬੇਟੇ ਜਿਹਦੇ ਵਿੱਚ ਆਪਾਂ ਅੱਗੇ ਵੀ ਗੱਲ ਕਰਦੇ ਹਾਂ, ਬ੍ਰਾਹਮਣ, ਛਤਰੀਏ, ਵੈਸ਼, ਸ਼ੂਦਰ। ਤਾਂ ਇਹਦੇ ਵਿੱਚ ਕੀ ਹੈ ਅੱਗੇ ਬੇਟੇ ਜਿਹੜਾ ਕਿ ਉਹਦੇ ਵਿੱਚ ਅਰਥ ਸ਼ਾਸਤਰ ਜਿਹੜਾ ਕਿ ਕੌਟਿਲਿਆ ਦਾ ਇੱਕ ਬੜਾ ਹੀ ਮਹਾਨ ਗ੍ਰੰਥ ਹੈ, ਉਹਨਾਂ 4 ਵਰਨਾਂ ਦੇ ਅਲੱਗ-ਅਲੱਗ ਉਹਨਾਂ ਕੰਮ ਵੀ ਦੱਸੇ ਗਏ ਨੇ। ਤਾਂ ਅਸ਼ੋਕ ਦੇ ਸਿਰਲੇਖਾਂ ਤੋਂ ਵੀ ਜਾਤੀ ਪ੍ਰਥਾ ਦਾ ਬੋਧ ਹੁੰਦਾ ਹੈ। ਸ਼ਿਲਾਲੇਖ 5ਵਾਂ ਜੋ ਕਿ ਉਸ ਦਾ ਸ਼ਿਲਾਲੇਖ ਜੋ ਉਹਨੇ ਸਤੰਭ ਬੇਟੇ ਲਗਾਇਆ ਸੀ, ਉੱਥੋਂ ਕੀ ਪਤਾ ਲੱਗਦਾ ਮਾਂ ਮਾਤਰਾ ਦੀ ਨਿਯੁਕਤੀ ਬ੍ਰਾਹਮਣਾਂ, ਇਮਾਨਾਂ ਆਦਿ ਦੇ ਹਿੱਤ ਲਈ ਕੀਤੀ ਗਈ ਹੈ। ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਕਿ ਮੌਰੀਆ ਸਮਾਜ ਵਿੱਚ ਕਈ ਜਾਤਾਂ ਸਨ। ਸਮਾਜ ਵਿੱਚ ਬ੍ਰਾਹਮਣਾਂ ਦਾ ਆਦਰ ਸੀ। ਮੈਕਸਨੀਜ਼ ਲਿਖਦਾ ਹੈ ਕਿ ਬ੍ਰਾਹਮਣਾਂ ਨੂੰ ਨਾ ਤਾਂ ਟੈਕਸ ਦੇਣਾ ਪੈਂਦਾ ਸਨ ਅਤੇ ਨਾ ਹੀ ਵਿਆਹ ਸੰਬੰਧੀ ਵਿਸ਼ਿਆਂ ਵਿੱਚ ਉਹਨਾਂ 'ਤੇ ਕੋਈ ਰੋਕ ਸੀ। ਉਹ ਆਪਣੀ ਜਾਤ ਤੋਂ ਬਾਹਰ ਵੀ ਵਿਆਹ ਕਰ ਸਕਦੇ ਸਨ। ਬ੍ਰਾਹਮਣਾਂ ਤੋਂ ਇਲਾਵਾ ਵਿਸ਼ਿਆਂ ਦਾ ਵੀ ਸਮਾਜ ਵਿੱਚ ਆਦਰ ਸੀ। ਫਿਰ ਵਿਸ਼ੇ ਬੇਟੇ ਕਿਹੜੇ ਆ ਗਏ ਸੀ? ਵਿਸ਼ੇ ਦੇ ਵਿੱਚ ਜਿਹੜੇ ਆਪਾਂ ਗੱਲ ਕਰਦੇ ਹਾਂ ਜਿਹੜੇ ਕਿ ਵਪਾਰ ਦਾ ਕੰਮ ਕਰਦੇ ਸਨ। ਫਿਰ ਸ਼ੂਦਰਾਂ 'ਤੇ ਦਇਆ ਕੀਤੀ ਜਾਂਦੀ, ਜਿਹੜੀ ਸਭ ਤੋਂ ਬੇਟੇ ਸਮਾਜ ਵਿੱਚ ਨੀਵੀਂ ਜਾਤੀ ਸੀ। ਸ਼ੂਦਰਾਂ ਉਹਨਾਂ 'ਤੇ ਜਿਹੜਾ ਕਿ ਦਇਆ ਕੀਤੀ ਜਾਂਦੀ ਸੀ, ਜ਼ਿਆਦਾ ਉਹਨਾਂ 'ਤੇ ਜ਼ੁਲਮ ਨਹੀਂ ਕੀਤੇ ਜਾਂਦੇ ਸਨ। ਸ਼ਿਲਾਲੇਖ ਵਿੱਚ ਅਸ਼ੋਕ ਨੇ ਆਦੇਸ਼ ਦਿੱਤਾ ਹੈ ਕਿ ਲੋਕ ਉਹਨਾਂ ਨਾਲ ਚੰਗਾ ਵਿਵਹਾਰ ਕਰਨ, ਮਤਲਬ ਕਿ ਜਿਹੜੇ ਨੀਵੀਂ ਜਾਤੀ ਦੇ ਲੋਕ ਸੀ ਉਹਨਾਂ ਨਾਲ ਚੰਗਾ ਵਿਵਹਾਰ ਕੀਤਾ ਜਾਂਦਾ ਸੀ। ਤਾਂ ਮੈਕਸਨੀਜ਼ ਨੇ ਵੀ 7 ਜਾਤਾਂ ਦਾ ਵਰਣਨ ਕੀਤਾ ਹੈ। ਇਹ 7 ਜਾਤਾਂ ਦੇ ਵਿੱਚ ਆਪਾਂ ਕਹੀਏ ਦਾਰਸ਼ਨਿਕ, ਕਾਸ਼ਤਕਾਰ, ਸੈਨਿਕ, ਸ਼ਿਕਾਰੀ, ਸ਼ਿਲਪਕਾਰ, ਤਾਂ ਨਿਮਨ ਕੋਟੀ ਦੇ ਹੋਰ ਕਰਮਚਾਰੀ, ਮੰਤਰੀ ਅਤੇ ਉੱਚ ਅਧਿਕਾਰੀ ਸ਼ਾਮਲ ਸਨ। ਇਸਤਰੀਆਂ ਦਾ ਸਥਾਨ ਬੇਟੇ ਕਿਉਂ ਸੀ? ਮੌਰੀਆ ਕਾਲ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਬਹੁਤ ਚੰਗੀ ਸੀ। ਤਾਂ ਬੇਟੇ ਦੇਖੋ ਦਸ਼ਾ ਚੰਗੀ ਸੀ। ਆਪਾਂ ਵੈਦਿਕ ਕਾਲ ਵਿੱਚ ਪੜ੍ਹਿਆ ਸੀ, ਉਦੋਂ ਵੀ ਦਸ਼ਾ ਚੰਗੀ ਸੀ। ਹੁਣ ਪੜ੍ਹ ਰਹੇ ਹਾਂ, ਦਸ਼ਾ ਹੁਣ ਵੀ ਚੰਗੀ ਹੈ। ਪਰਦਾ ਪ੍ਰਥਾ ਪ੍ਰਚਲਿਤ ਸੀ। ਉਹਨਾਂ ਨੂੰ ਉੱਚ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ। ਵੇਸ਼ਵਾ ਪ੍ਰਥਾ ਪ੍ਰਚਲਿਤ ਸੀ। ਕਈ ਵੇਸ਼ਵਾਵਾਂ ਤਾਂ ਜਸੂਸਾਂ ਦੇ ਰੂਪ ਵਿੱਚ ਕੰਮ ਕਰਦੀਆਂ ਸਨ। ਇਸਤਰੀਆਂ ਵਿੱਚ ਜਨਮ, ਵਿਆਹ ਅਤੇ ਰੋਗ ਸੰਬੰਧੀ ਅੰਧ ਵਿਸ਼ਵਾਸ ਪ੍ਰਚਲਿਤ ਸਨ। ਇਹਨਾਂ ਹੋਣ 'ਤੇ ਮੌਰੀਆ ਕਾਲ ਵਿੱਚ ਇਸਤਰੀਆਂ ਨੇ ਆਪਣੀ ਸਥਿਤੀ ਨੂੰ ਸਵਾਰਿਆ ਹੋਇਆ ਸੀ। ਉਹਨਾਂ ਨੂੰ ਪਰਿਵਾਰਕ ਜਿਹੜੀ ਸੰਪਤੀ ਵਿੱਚ ਹਿੱਸਾ ਮਿਲਦਾ ਸੀ। ਦਹੇਜ ਪ੍ਰਥਾ ਪ੍ਰਚਲਿਤ ਸੀ। ਦੁਰਾਚਾਰੀ ਪਤੀ ਨੂੰ ਤਲਾਕ ਦਿੱਤਾ ਜਾ ਸਕਦਾ ਸੀ। ਵਿਧਵਾ ਦੁਬਾਰਾ ਵਿਆਹ ਕਰ ਸਕਦੀਆਂ ਸਨ। ਇਸਤਰੀਆਂ ਅੰਗ ਰੱਖਿਅਕ ਹੋਈਆਂ ਕਰਦੀਆਂ ਸਨ। ਕੁਝ ਇਸਤਰੀਆਂ ਉਦਯੋਗ ਦੇ ਵੀ ਕੰਮਾਂ ਵਿੱਚ ਨਿਪੁੰਨ ਸਨ। ਉਹਨਾਂ ਦਿਨਾਂ ਵਿੱਚ 8 ਪ੍ਰਕਾਰ ਦੇ ਵਿਆਹ ਪ੍ਰਚਲਿਤ ਸਨ। ਸ਼ਾਸਨਾਂ ਵਿੱਚ ਇਹਨਾਂ ਵਿਆਹਾਂ ਦਾ ਵਰਣਨ ਆਉਂਦਾ ਹੈ। ਲੜਕੀ ਦੇ ਵਿਆਹ ਦੀ ਉਮਰ 12 ਸਾਲ ਤੋਂ 16 ਸਾਲ ਹੁੰਦੀ ਸੀ। ਉੱਚ ਸਮਾਜ ਵਿੱਚ ਬਹੁ ਵਿਆਹ ਦੀ ਪ੍ਰਥਾ ਪ੍ਰਚਲਿਤ ਸੀ। ਬਿੰਦੂਸਾਰ ਕੌਣ ਸੀ ਬੇਟੇ? ਅਸ਼ੋਕ ਦਾ ਪਿਤਾ ਸੀ ਔਰ ਚੰਦਰਗੁਪਤ ਮੌਰੀਆ ਦਾ ਬੇਟਾ ਸੀ। 16 ਪਤਨੀਆਂ ਦਾ ਅਤੇ ਅਸ਼ੋਕ ਦੀਆਂ 5 ਪਤਨੀਆਂ ਦਾ ਵਰਣਨ ਮਿਲਦਾ ਹੈ। ਮੈਕਸਨੀਜ਼ ਲਿਖਦਾ ਹੈ ਕਿ ਭਾਰਤ ਦੇ ਲੋਕ ਕਈ ਇਸਤਰੀਆਂ ਨਾਲ ਵਿਆਹ ਕਰਦੇ ਸਨ। ਤਾਂ ਇਹ ਬੇਟੇ ਇਸਤਰੀਆਂ ਦੇ ਸਥਾਨ ਦੀ ਗੱਲ ਆ ਗਈ। ਪਹਿਲਾਂ ਆਪਾਂ ਜਾਤੀ ਪ੍ਰਥਾ ਬਾਰੇ ਪੜ੍ਹਿਆ ਸੀ। ਹੁਣ ਆ ਗਿਆ ਭੋਜਨ ਅਤੇ ਮਨ ਪਰਚਾਵਾ। ਤਾਂ ਉਹਨਾਂ ਦਾ ਭੋਜਨ ਕਿਹੋ ਜਿਹਾ ਸੀ, ਇਹ ਵੀ ਧਿਆਨ ਨਾਲ ਸਾਰਿਆਂ ਨੇ ਪੜ੍ਹਨਾ ਹੈ। ਲੋਕ ਬਥੇਰੇ ਮਾਸਾਹਾਰੀ ਸਨ। ਉਹ ਅਨੇਕ ਪਸ਼ੂ ਪੰਛੀਆਂ ਦਾ ਭੋਜਨ ਵਰਤਦੇ ਸਨ। ਬੁੱਧ ਧਰਮ ਦੇ ਪ੍ਰਸਾਰ ਦੇ ਕਾਰਨ ਸ਼ਾਕਾਹਾਰੀ ਲੋਕਾਂ ਦੀ ਗਿਣਤੀ ਵਧਣ ਲੱਗੀ। ਅਸ਼ੋਕ ਦੇ ਆਪ ਸ਼ਾਹੀ ਰਸੋਈ ਲਈ ਪਸ਼ੂਆਂ ਮਾਰਨਾ ਬੰਦ ਕਰਵਾ ਦਿੱਤਾ ਸੀ। ਸ਼ਾਕਾਹਾਰੀ ਲੋਕ ਕਣਕ ਦੀਆਂ ਰੋਟੀਆਂ ਅਤੇ ਸਬਜ਼ੀਆਂ ਦੀ ਵਰਤੋਂ ਕਰਦੇ ਸਨ। ਤਾਂ ਇਹ ਬੇਟੇ ਉਹਨਾਂ ਦਾ ਜਿਹੜਾ ਕੀ ਹੈ ਭੋਜਨ ਅਤੇ ਮਨ ਪਰਚਾਵਾ ਦੇ ਸਾਧਨ ਦੇ ਵਿੱਚ ਉਹ ਕੀ ਸੀ, ਉਹ ਕਲਾ ਦੇ ਪ੍ਰੇਮੀ ਸੀ। ਉਹ ਜਿਹੜਾ ਕੀ ਸੀ, ਜਿਹੜੀਆਂ ਖੇਡ ਤਮਾਸ਼ੇ ਵੀ ਕਰਦੇ ਸਨ, ਆਪਸੀ ਖੇਡਾਂ ਖੇਡਦੇ ਸਨ। ਅਰਥ ਵਿਵਸਥਾ ਦੇ ਵਿੱਚ ਉਹਨਾਂ ਦਾ ਮੁੱਖ ਧੰਦਾ ਕੀ ਸੀ ਬੇਟੇ? ਉਹ ਕੀ ਕਰਦੇ ਸੀ? ਖੇਤੀ ਕਰਦੇ ਸੀ, ਕਿਉਂਕਿ ਖੇਤੀ ਤੋਂ ਹੀ ਉਹਨਾਂ ਦੀ ਮੁੱਖ ਆਮਦਨ ਸੀ। ਮੈਕਸਨੀਜ਼ ਅਨੁਸਾਰ ਦੇਸ਼ ਵਿੱਚ ਕਿਸਾਨ ਵਰਗ ਦੀ ਸੰਖਿਆ ਸਭ ਤੋਂ ਜ਼ਿਆਦਾ ਸੀ। ਦੂਜੇ ਨੰਬਰ 'ਤੇ ਆਪਾਂ ਗੱਲ ਕਰਦੇ ਹਾਂ ਕੌਣ ਸੀ? ਸੈਨਿਕ ਵਰਗ। ਖੇਤੀ ਵਾਹੁਣ ਲਈ ਹਲ ਅਤੇ ਬਦਲਾਂ ਦੀ ਜੋੜੀ ਤੋਂ ਲਿਆ ਜਾਂਦਾ ਸੀ। ਸਿੰਜਾਈ ਲਈ ਕਿਸਾਨ ਨੂੰ ਸਿਰਫ ਵਰਖਾ 'ਤੇ ਨਿਰਭਰ ਰਹਿਣਾ ਪੈਂਦਾ ਸੀ। ਕਿਸਾਨਾਂ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਮੌਰੀਆ ਸ਼ਾਸਕਾਂ ਨੇ ਨਹਿਰਾਂ ਅਤੇ ਝੀਲਾਂ ਦਾ ਨਿਰਮਾਣ ਕਰਵਾਇਆ। ਇੰਪੋਰਟੈਂਟ ਬੇਟੇ, ਨਹਿਰਾਂ ਅਤੇ ਝੀਲਾਂ ਦਾ ਨਿਰਮਾਣ ਵੀ ਕਰਵਾਇਆ ਸੀ। ਚੰਦਰਗੁਪਤ ਮੌਰੀਆ ਦੁਆਰਾ ਸੌਰਾਸ਼ਟਰ ਵਿੱਚ ਬਣਾਈ ਗਈ ਸੁਦਰਸ਼ਨ ਝੀਲ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ ਬੇਟੇ, ਅੱਜ ਵੀ ਹੈਗੀ ਸੁਦਰਸ਼ਨ ਝੀਲ। ਇਸ
ਗੱਲ ਦੀ ਤਸਦੀਕ ਕਰਦੀ ਹੈ ਕਿ ਮੌਰੀਆ ਸ਼ਾਸਕ ਆਪਣੇ ਕਿਸਾਨਾਂ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਵਿੱਚ ਪਰਮ ਜਿਹੜਾ ਕੀ ਸੀ ਉਹ ਕਰਮ ਸਮਝਦੇ ਸਨ। ਭੂਮੀ ਨੂੰ ਉਪਜਾਊ ਬਣਾਉਣ ਲਈ ਖਾਦ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਸਮੇਂ ਦੀਆਂ ਮੁੱਖ ਫਸਲਾਂ ਚਾਵਲ, ਛੋਲੇ, ਗੰਨਾ, ਮੋਟਰ, ਕਪਾਹ ਸਨ। ਵਪਾਰ ਵੀ ਬੇਟੇ ਲੋਕ ਕਰਦੇ ਸਨ। ਵਪਾਰ ਵਿੱਚ ਕੀ ਸੀ? ਮੌਰੀਆ ਕਾਲ ਵਿੱਚ ਅੰਦਰੂਨੀ ਤੇ ਵਿਦੇਸ਼ੀ ਵਪਾਰ ਦੋਵਾਂ ਦੀ ਜਿਹੜੀ ਉੱਨਤੀ ਦੀ ਸੀਮਾ 'ਤੇ ਪੁੱਜ ਚੁੱਕੇ ਸਨ। ਅੰਦਰੂਨੀ ਵਪਾਰ ਮੁੱਖ ਰੂਪ ਨਾਲ ਥਲ ਮਾਰਗਾਂ ਰਾਹੀਂ ਹੁੰਦਾ ਸੀ। ਪਾਟਲੀਪੁੱਤਰ ਦੇਸ਼ ਦੇ ਸਾਰੇ ਹਿੱਸਿਆਂ ਨਾਲ ਇਹਨਾਂ ਮਾਰਗਾਂ ਦੁਆਰਾ ਜੁੜਿਆ ਹੋਇਆ ਸੀ। ਇਹਨਾਂ ਮਾਰਗਾਂ ਦੀ ਦੇਖਭਾਲ ਲਈ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਂਦੀ ਸੀ। ਥਲ ਮਾਰਗਾਂ ਤੋਂ ਇਲਾਵਾ ਨਦੀਆਂ ਦੁਆਰਾ ਵੀ ਕੁਝ ਅੰਦਰੂਨੀ ਵਪਾਰ ਕੀਤਾ ਜਾਂਦਾ ਸੀ। ਉਸ ਵੇਲੇ ਦੇਸ਼ ਦੇ ਵੱਖ-ਵੱਖ ਹਿੱਸੇ ਵੱਖ-ਵੱਖ ਵਸਤਾਂ ਲਈ ਪ੍ਰਸਿੱਧ ਸਨ। ਜੇਕਰ ਕਸ਼ਮੀਰ ਆਪਣੇ ਹੀਰਿਆਂ ਲਈ ਪ੍ਰਸਿੱਧ ਸੀ ਤਾਂ ਬੰਗਾਲ ਮਲਮਲ ਲਈ ਸੀ। ਇਸ ਤਰ੍ਹਾਂ ਹਿਮਾਲਿਆ ਪ੍ਰਦੇਸ਼ ਚਮੜੇ ਲਈ ਪ੍ਰਸਿੱਧ ਸੀ ਅਤੇ ਨੇਪਾਲ ਉੱਨੀ ਵਸਤਾਂ ਲਈ। ਤਾਂ ਇਹ ਬੇਟੇ ਵਪਾਰ ਉਸ ਸਮੇਂ ਹੁੰਦੇ ਸੀ। ਹੋਰ ਉਦਯੋਗ ਧੰਦੇ ਕੀ ਸੀ? ਖੇਤੀ ਅਤੇ ਵਪਾਰ ਤੋਂ ਇਲਾਵਾ ਮੌਰੀਆ ਕਾਲ ਦੇ ਲੋਕ ਕਿਹੜੇ ਕੰਮ ਕਰਦੇ ਸਨ? ਉਹਨਾਂ ਵਿੱਚ ਆਪਾਂ ਗੱਲ ਕਰਦੇ ਹਾਂ। ਉਹ ਸੂਤੀ ਕੱਪੜਾ ਅਤੇ ਰੇਸ਼ਮ ਉਦਯੋਗ ਖਾਸ ਤੌਰ 'ਤੇ ਚਮਕਿਆ ਹੋਇਆ ਸੀ। ਤਾਂ ਮਥੁਰਾ, ਕਾਸ਼ੀ ਅਤੇ ਵਤਸਾ ਆਦਿ ਜਿਹੜੇ ਇਹਨਾਂ ਦੇ ਪ੍ਰਮੁੱਖ ਕੇਂਦਰ ਸਨ। ਤਾਂ ਇਹ ਸੀ ਬੇਟੇ ਇਸ ਪਾਠ ਦਾ ਜਿਹੜਾ ਆਪਾਂ ਅਰਥ ਵਿਵਸਥਾ ਜਿਹੜੀ ਉਹਨਾਂ ਦੀ ਸਮਾਜਿਕ ਅਵਸਥਾ ਬਾਰੇ ਪੜ੍ਹਿਆ ਹੈ। ਤਾਂ ਨੈਕਸਟ ਆਪਾਂ ਇਸ 'ਤੇ ਜਿਹੜੇ ਆਪਾਂ ਛੋਟੇ ਪ੍ਰਸ਼ਨ ਕਰਾਂਗੇ ਔਰ ਫਿਰ ਉਸ ਤੋਂ ਬਾਅਦ ਜੇ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਕਰਾਂਗੇ। ਥੈਂਕ ਯੂ ਵੈਰੀ ਮੱਚ।